ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਜਵੱਦੀ ਲੁਧਿਆਣਾ ਵਿਖੇ ਜਿੱਥੇ 2.5 ਸਾਲਾਂ ਗੁਰਮਤਿ ਸਟੱਡੀ ਦੇ ਕੋਰਸ ਦੌਰਾਨ ਪ੍ਰਚਾਰਕ, ਕਥਾਵਾਚਕ ਅਤੇ ਰਾਗੀ ਸਿੰਘ ਤਿਆਰ ਕੀਤੇ ਜਾਂਦੇ ਹਨ, ਉਸ ਦੇ ਨਾਲ ਹੋਰ ਵੀ ਕਈ ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਆਮ ਸੰਗਤ ਵਾਸਤੇ ਇੱਕ ਪ੍ਰੋਜੈਕਟ ਹੈ ਗੁਰਮਤਿ ਐਲੀਮੈਂਟਰੀ ਕੋਰਸ। ਇਹ ਗੁਰਮਤਿ ਨਾਲ ਸੰਬੰਧਿਤ ਇੱਕ ਪੱਤਰ ਵਿਹਾਰ ਭਾਵ ਕੋਰਸਪੋਂਡੈਂਸ ਕੋਰਸ ਹੈ। ਇਸ ਕੋਰਸ ਦੇ ਸਿਲੇਬਸ ਵਿੱਚ 10 ਕੁ ਦੇ ਕਰੀਬ ਟਰੈਕਟ ਜਾਂ ਛੋਟੀਆਂ ਪੁਸਤਕਾਂ ਹਨ, ਜੋ ਕਿ 10 ਪਾਤਸ਼ਾਹੀਆਂ ਦੇ ਜੀਵਨ, ਉਹਨਾਂ ਨਾਲ ਸੰਬੰਧਿਤ ਇਤਿਹਾਸਕ ਸਾਖੀਆਂ, ਗੁਰਬਾਣੀ ਦੀ ਵਿਆਖਿਆ, ਗੁਰੂ ਗ੍ਰੰਥ ਸਾਹਿਬ ਜੀ ਬਾਰੇ ਲੋੜੀਂਦੀ ਜਾਣਕਾਰੀ, ਸਿੱਖ ਧਰਮ ਦੀ ਫਿਲਾਸਫੀ, ਸ਼ਬਦ ਵਿਚਾਰ ਅਤੇ ਜੀਵਨ ਦੇ ਵਿਕਾਸ ਸੰਬੰਧੀ ਲੇਖ ਦਰਜ ਹਨ। ਜੋ ਵੀ ਸੰਗਤ ਜਾਂ ਬੱਚੇ-ਬੱਚੀਆਂ ਇਸ ਐਲੀਮੈਂਟਰੀ ਕੋਰਸ ਨੂੰ ਕਰਨਾ ਚਾਹੁੰਦੇ ਹਨ, ਉਹ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਇਹ ਪੁਸਤਕਾਂ 10 ਭਾਗ ਮੰਗਵਾ ਕੇ ਇਹ ਸਰਟੀਫਿਕੇਟ ਕੋਰਸ ਕਰ ਸਕਦੇ ਹਨ। ਇਹ ਕੋਰਸ ਪੰਜਾਬੀ ਭਾਸ਼ਾ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਵਿੱਚ ਵੀ ਉਪਲਬਧ ਹੈ। ਇਸ ਤੋਂ ਇਲਾਵਾ ਇਹਨਾਂ ਪੁਸਤਕਾਂ ਦੇ ਅਖੀਰ ਵਿੱਚ ਪ੍ਰਸ਼ਨ ਪੱਤਰ ਵੀ ਦਿੱਤੇ ਗਏ ਹਨ, ਜਿਸ ਨੂੰ ਕਿ ਆਪ ਜੀ ਪੜ੍ਹ ਕੇ ਅਤੇ ਜਵਾਬ ਲਿਖ ਕੇ ਕਾਲਜ ਵਿਖੇ ਭੇਜ ਸਕਦੇ ਹੋ, ਜਿਸ ਦੀ ਚੈਕਿੰਗ ਤੋਂ ਬਾਅਦ ਇੱਕ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਹੈ। ਇਸੇ ਹੀ ਐਲੀਮੈਂਟਰੀ ਕੋਰਸ ਦੇ ਸੰਬੰਧ ਵਿੱਚ ਕਾਲਜ ਦੇ ਸਹਿਯੋਗ ਨਾਲ 10 ਭਾਗਾਂ ਵਿੱਚ ਆਡੀਓ ਬੁੱਕਸ ਬਣਾਉਣ ਦਾ ਉਪਰਾਲਾ ਆਰੰਭਿਆ ਹੈ। ਆਪ ਜੀ ਨੂੰ ਬੇਨਤੀ ਹੈ ਕਿ ਆਪ ਗੁਰਮਤਿ ਦੀ ਮੁੱਢਲੀ ਜਾਣਕਾਰੀ ਹਾਸਲ ਕਰਨ ਲਈ ਇਹਨਾਂ ਆਡੀਓ ਬੁੱਕਸ ਨੂੰ ਜ਼ਰੂਰ ਸੁਣੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਐਲੀਮੈਂਟਰੀ ਕੋਰਸ ਪੁਸਤਕ 1 ਭਾਗ ਪਹਿਲਾ। ਪ੍ਰਕਾਸ਼ਕ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਜਵੱਦੀ ਲੁਧਿਆਣਾ। ਈਮੇਲ gurmatgyan@rediffmail.com www.gurmatgyan.org। ਇਤਿਹਾਸ ਗੁਰੂ ਨਾਨਕ ਸਾਹਿਬ ਜੀ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 ਵਿੱਚ ਤਲਵੰਡੀ ਰਾਏਪੋਏ, ਜ਼ਿਲ੍ਹਾ ਸ਼ੇਖੂਪੁਰਾ, ਪਾਕਿਸਤਾਨ ਵਿਖੇ ਹੋਇਆ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਹੋਣ ਕਰਕੇ ਹੁਣ ਇਸ ਦਾ ਨਾਂ ਨਨਕਾਣਾ ਸਾਹਿਬ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਨਾਂ ਬਾਬਾ ਕਲਿਆਣ ਦਾਸ ਜੀ ਤੇ ਮਾਤਾ ਜੀ ਦਾ ਨਾਂ ਮਾਤਾ ਤ੍ਰਿਪਤਾ ਜੀ ਸੀ। ਬਾਬਾ ਕਲਿਆਣ ਦਾਸ ਜੀ ਇਲਾਕੇ ਦੇ ਚੌਧਰੀ ਰਾਏ ਬੁਲਾਰ ਪਾਸ ਪਟਵਾਰੀ ਲੱਗੇ ਹੋਏ ਸਨ। 7 ਸਾਲ ਦੀ ਉਮਰੇ ਗੁਰੂ ਨਾਨਕ ਸਾਹਿਬ ਜੀ ਨੂੰ ਪਿਤਾ ਜੀ ਨੇ ਪਹਿਲਾਂ ਗੋਪਾਲ ਪੰਡਤ ਪਾਸ ਹਿੰਦੀ ਪੜ੍ਹਨ ਬਿਠਾਇਆ, ਫਿਰ ਬ੍ਰਿਜ ਲਾਲ ਪੰਡਤ ਪਾਸ ਸੰਸਕ੍ਰਿਤ ਪੜ੍ਹਾਈ। 13 ਸਾਲ ਦੀ ਉਮਰ ਵਿੱਚ ਮੌਲਵੀ ਕੁਤਬਦੀਨ ਪਾਸ ਫਾਰਸੀ ਪੜ੍ਹਨ ਲਈ ਭੇਜਿਆ। ਆਪ ਜੀ ਨੇ ਜਿੱਥੇ ਆਪਣੇ ਉਸਤਾਦਾਂ ਪਾਸੋਂ ਦੁਨਿਆਵੀ ਵਿੱਦਿਆ ਪ੍ਰਾਪਤ ਕੀਤੀ, ਉੱਥੇ ਉਹਨਾਂ ਨੂੰ ਅਕਾਲ ਪੁਰਖ ਨਾਲ ਜੋੜਿਆ। ਆਪ ਆਪਣੇ ਹਾਣੀਆਂ ਨੂੰ ਵਾਹਿਗੁਰੂ ਜੀ ਬਾਰੇ ਉਪਦੇਸ਼ ਦਿੰਦੇ ਰਹਿੰਦੇ ਸਨ। ਰਾਏ ਬੁਲਾਰ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਸਭ ਤੋਂ ਪਹਿਲਾਂ ਸਿੱਖ ਹੋਣ ਦਾ ਮਾਣ ਪ੍ਰਾਪਤ ਕੀਤਾ। 10 ਸਾਲ ਦੀ ਉਮਰ ਵਿੱਚ ਜਦੋਂ ਆਪ ਜੀ ਨੂੰ ਜਨੇਊ ਪਾਉਣ ਲੱਗੇ ਤਾਂ ਆਪ ਜੀ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ। ਗੁਰੂ ਸਾਹਿਬ ਜਨੇਊ ਪਾਉਂਦੇ ਵੀ ਕਿਉਂ? ਜਨੇਊ ਪਾਉਣ ਦਾ ਅਰਥ ਹੈ ਬ੍ਰਾਹਮਣ ਨੂੰ ਗੁਰੂ ਧਾਰਨ ਕਰਨਾ। ਪਰ ਆਪ ਜੀ ਤਾਂ ਇਸ ਜਗਤ ਦੇ ਉਧਾਰ ਹਿਤ ਤੁਰੋਂ ਪਠਾਏ ਹੋਏ ਗੁਰੂ ਸਨ। ਆਪ ਜੀ ਦਾ ਗੁਰੂ ਤਾਂ ਅਕਾਲ ਪੁਰਖ ਆਪ ਸੀ। ਯਥਾ ਗੁਰਵਾਕ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਪੰਨਾ 599।
ਭਾਈ ਮਰਦਾਨਾ ਜੀ ਜੋ ਤਲਵੰਡੀ ਰਹਿੰਦੇ ਸਨ, ਭਾਵੇਂ ਮੁਸਲਮਾਨ ਮਰਾਸੀ ਸਨ, ਪਰ ਗੁਰੂ ਸਾਹਿਬ ਉਸ ਨੂੰ ਬਹੁਤ ਪਿਆਰ ਕਰਦੇ ਸਨ। ਭਾਈ ਮਰਦਾਨਾ ਜੀ ਚੰਗੇ ਰਵਾਬੀ ਸਨ। ਸਿਰਫ ਭਾਈ ਮਰਦਾਨਾ ਜੀ ਨੂੰ ਹੀ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਉਹ ਲਗਭਗ 60 ਸਾਲ ਗੁਰੂ ਸਾਹਿਬ ਜੀ ਨਾਲ ਰਹੇ। 18 ਸਾਲ ਦੀ ਉਮਰ ਵਿੱਚ ਗੁਰੂ ਜੀ ਦਾ ਆਨੰਦ ਕਾਰਜ ਬਟਾਲੇ ਰਹਿਣ ਵਾਲੇ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਣਾ ਨਿਯਤ ਹੋਇਆ। ਗੁਰੂ ਸਾਹਿਬ ਜੀ ਨੇ ਜਨੇਊ ਤਾਂ ਨਹੀਂ ਪਾਇਆ, ਇਸ ਲਈ ਵੇਦੀ ਰੀਤ ਅਨੁਸਾਰ ਵਿਆਹ ਹੋਣਾ ਸੰਭਵ ਨਹੀਂ ਸੀ। ਪ੍ਰੋਹਤਾਂ ਨੇ ਸਲਾਹ ਕਰਕੇ ਗੁਰੂ ਸਾਹਿਬ ਜੀ ਨੂੰ ਮਾਰਨ ਲਈ ਵਿਉਂਤ ਬਣਾਈ। ਉਹਨਾਂ ਨੇ ਗੁਰੂ ਜੀ ਉੱਤੇ ਕੰਧ ਡੇਗਣ ਦੀ ਵਿਉਂਤ ਬਣਾਈ। ਗੁਰੂ ਸਾਹਿਬ ਉਹਨਾਂ ਦੀ ਚਾਲ ਨੂੰ ਭਾਂਪ ਗਏ ਕਿ ਵਿਰੋਧੀ ਉਹਨਾਂ ਉੱਤੇ ਕੰਧ ਡੇਗ ਕੇ ਮਾਰਨਾ ਚਾਹੁੰਦੇ ਹਨ। ਇਹ ਕੰਧ ਅੱਜ ਤੱਕ ਯਾਦਗਾਰ ਦੇ ਤੌਰ 'ਤੇ ਬਟਾਲੇ ਵਿੱਚ ਹੈ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਇੱਕ ਓਂਕਾਰ ਦੁਆਲੇ ਹੋਇਆ। ਸਮਾਂ ਪਾ ਕੇ ਗੁਰੂ ਜੀ ਦੇ ਦੋ ਸਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਹੋਏ। 35 ਵਰ੍ਹਿਆਂ ਦੀ ਉਮਰੇ ਸੰਨ 1504 ਵਿੱਚ ਆਪ ਜੀ ਆਪਣੇ ਜੀਜੇ ਭਾਈ ਜੈ ਰਾਮ ਜੀ ਕੋਲ ਸੁਲਤਾਨਪੁਰ ਚਲੇ ਗਏ ਤੇ ਨਵਾਬ ਦੌਲਤ ਖਾਂ ਦੇ ਮੋਦੀ ਬਣੇ। ਸੁਲਤਾਨਪੁਰ ਵਿਖੇ ਗੁਰੂ ਸਾਹਿਬ ਜੀ ਸਤਸੰਗ ਕਰਦੇ। ਸਤਸੰਗ ਵਿੱਚ ਸ਼ਹਿਰ ਦੇ ਵੱਡੇ ਛੋਟੇ ਸਭ ਬਿਨਾਂ ਵਿਤਕਰੇ ਦੇ ਆਉਂਦੇ ਸਨ। ਅਨੇਕਾਂ ਨੇ ਮੜੀਆਂ, ਮਸਾਣਾ ਤੇ ਦੇਵੀ ਦੇਵਤਿਆਂ ਆਦਿ ਦੀ ਪੂਜਾ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਧਾਰਨ ਕਰਨੀ ਆਰੰਭ ਕਰ ਦਿੱਤੀ। ਇੱਥੇ ਹੀ ਮੈਲ ਸਿੰਘਾਂ ਦਾ ਭਾਈ ਭਾਗੀਰਥ ਆਪ ਜੀ ਦਾ ਸਿੱਖ ਬਣਿਆ ਤੇ ਉਸ ਦੇ ਰਾਹੀਂ ਭਾਈ ਮਨਸੁਖ ਸਿੱਖ ਹੋਇਆ। 1507 ਈਸਵੀ ਵਿੱਚ ਆਪ ਜੀ ਨੇ ਜਗਤ ਜਲੰਦੇ ਦਾ ਉਧਾਰ ਕਰਨ ਹੇਤ ਡੂੰਘੀ ਵਿਚਾਰ ਕਰਨ ਲਈ ਕੁਝ ਦਿਨ ਇਕਾਂਤਵਾਸ ਕੀਤਾ ਤੇ ਉਪਰੰਤ ਨਾਹਰਾ ਲਾਇਆ, ਨਾ ਕੋ ਹਿੰਦੂ ਨਾ ਮੁਸਲਮਾਨ, ਭਾਵ ਕਿ ਹਿੰਦੂ ਮੁਸਲਮਾਨ ਵਾਲੇ ਵਿਤਕਰੇ ਛੱਡੋ, ਕਿਉਂਕਿ ਵਾਹਿਗੁਰੂ ਜੀ ਸਾਰੀ ਲੋਕਾਈ ਵਿੱਚ ਵਸਦੇ ਹਨ। ਗੁਰੂ ਸਾਹਿਬ ਦੇ ਇਸ ਨਾਅਰੇ ਦੀ ਸ਼ਹਿਰ ਵਿੱਚ ਬਹੁਤ ਚਰਚਾ ਹੋਈ। ਕਾਜ਼ੀ ਤੇ ਨਵਾਬ ਨੇ ਨਿਜ਼ਾਮ ਪੜ੍ਹਨ ਲਈ ਗੁਰੂ ਸਾਹਿਬ ਜੀ ਨੂੰ ਸੱਦਾ ਦਿੱਤਾ। ਗੁਰੂ ਸਾਹਿਬ ਕਾਜ਼ੀ ਤੇ ਨਵਾਬ ਨਾਲ ਨਿਜ਼ਾਮ ਪੜ੍ਹਨ ਗਏ, ਪਰ ਉਹਨਾਂ ਨਿਜ਼ਾਮ ਤੱਕ ਹੀ ਪੜ੍ਹਨੀ ਸੀ, ਉਹਨਾਂ ਦੇ ਦਿਲ ਪੜ੍ਹ ਲਏ। ਸਤੰਬਰ 1507 ਵਿੱਚ ਭਾਈ ਮਰਦਾਨੇ ਨੂੰ ਨਾਲ ਲੈ ਕੇ ਲੋਕਾਈ ਨੂੰ ਅਕਾਲ ਪੁਰਖ ਦਾ ਸੰਦੇਸ਼ ਪਹੁੰਚਾਉਣ ਹਿੱਤ ਵੱਖ-ਵੱਖ ਦਿਸ਼ਾਵਾਂ ਵਿੱਚ ਪ੍ਰਚਾਰ ਦੌਰੇ ਆਰੰਭ ਕੀਤੇ। ਆਪਣੇ ਪਹਿਲੇ ਪ੍ਰਚਾਰ ਦੌਰੇ, ਜੋ ਕਿ ਲਗਭਗ 8 ਸਾਲ ਦਾ ਸੀ, ਦੌਰਾਨ ਪੂਰਬ ਤੇ ਦੱਖਣ ਦੇ ਹਿੰਦੂ ਤੀਰਥਾਂ ਦਾ ਰਟਨ ਕੀਤਾ ਤੇ ਲੋਕਾਈ ਨੂੰ ਇੱਕ ਅਕਾਲ ਪੁਰਖ ਦੇ ਲੜ ਲਾਇਆ। ਅਹਿਮਦਾਬਾਦ ਵਿੱਚ ਗਰੀਬ ਕਿਰਤੀ ਭਾਈ ਲਾਲੋ ਜੀ ਨੂੰ ਆਪਣਾ ਸਿੱਖ ਬਣਾਇਆ। ਮਲਕ ਭਾਗੋ ਨੂੰ ਹੇਰਾ ਫੇਰੀ ਅਤੇ ਪਾਪ ਕਰਮਾਂ ਨਾਲ ਕਮਾਈ ਕਰਨ ਤੋਂ ਵਰਜ ਕੇ ਹੱਕ ਦੀ ਕਮਾਈ ਕਰਨ ਵੱਲ ਲਾਇਆ। ਹਰਿਦੁਆਰ ਵਿੱਚ ਲੋਕਾਂ ਨੂੰ ਸੂਰਜ ਨੂੰ ਪਾਣੀ ਦੇਣ ਤੋਂ ਵਰਜਿਆ ਅਤੇ ਜਾਤ ਪਾਤ ਦਾ ਵਿਚਾਰ ਤਿਆਗਣ ਦਾ ਉਪਦੇਸ਼ ਦਿੱਤਾ। ਵੈਸ਼ਨਵ ਪਾਂਡੇ ਨੂੰ ਸਮਝਾਇਆ ਕਿ ਪ੍ਰਭੂ ਦੇ ਪੈਦਾ ਕੀਤੇ ਮਨੁੱਖ ਨੀਚ ਨਹੀਂ ਹਨ, ਸਗੋਂ ਨੀਚ ਤਾਂ ਮਨੁੱਖ ਦੇ ਆਪਣੇ ਭੈੜੇ ਵਿਚਾਰ ਤੇ ਕੰਮ ਹਨ। ਗੋਰਖ ਮਤੇ ਵਿੱਚ ਜੋਗੀਆਂ ਨੂੰ ਭੇਖ ਧਾਰਨ ਕਰਨ, ਸਮਾਧੀਆਂ ਲਾਉਣ, ਸਰੀਰ ਨੂੰ ਕਸ਼ਟ ਦੇਣ ਵਾਲੇ ਤਪ ਸਾਧਨ ਆਦਿ ਤੋਂ ਹਟਾ ਕੇ ਪ੍ਰਭੂ ਦੀ ਸਿਫਤ ਸਲਾਹ ਕਰਨ, ਵਿਕਾਰਾਂ ਤੋਂ ਬਚਣ ਅਤੇ ਚੰਗੇ ਕੰਮ ਕਰਨ ਵੱਲ ਲਾਇਆ। ਗੁਰੂ ਜੀ ਦੇ ਪ੍ਰਚਾਰ ਸਦਕਾ ਗੋਰਖ ਮਤਾ ਦਾ ਨਾਮ ਬਦਲ ਕੇ ਨਾਨਕ ਮਤਾ ਪੈ ਗਿਆ। ਇਲਾਹਾਬਾਦ, ਜਿਸ ਨੂੰ ਪ੍ਰਯਾਗਰਾਜ ਵੀ ਕਹਿੰਦੇ ਹਨ, ਵਿਖੇ ਲੋਕਾਂ ਨੂੰ ਸਮਝਾਇਆ ਕਿ ਮਨ ਤੋਂ ਵਿਕਾਰਾਂ ਦੀ ਮੈਲ ਤੀਰਥ ਇਸ਼ਨਾਨ ਅਤੇ ਦਾਨ ਪੁੰਨ ਕਰਨ ਨਾਲ ਨਹੀਂ ਉਤਰਦੀ। ਗੁਰੂ ਜੀ ਦੀ ਸਿੱਖਿਆ ਰੂਪੀ ਨਦੀ ਵਿੱਚ ਇਸ਼ਨਾਨ ਕਰਨ ਨਾਲ ਹੀ ਮਨ ਪਵਿੱਤਰ ਹੁੰਦਾ ਹੈ ਤੇ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ। ਗੁਰੂ ਹੀ ਸੱਚਾ ਤੀਰਥ ਹੈ। ਬਨਾਰਸ ਵਿਖੇ ਉਪਦੇਸ਼ ਦਿੱਤਾ ਕਿ ਕਿਸੇ ਖਾਸ ਥਾਂ 'ਤੇ ਜਾ ਕੇ ਰਹਿਣ ਨਾਲ ਮੁਕਤੀ ਨਹੀਂ ਮਿਲਦੀ, ਸਗੋਂ ਮੁਕਤੀ ਤਾਂ ਚੰਗੇ ਕਰਮ ਕਰਨ ਨਾਲ ਹੀ ਮਿਲਦੀ ਹੈ।
ਇੱਥੇ ਲੋਕ ਮੁਕਤੀ ਦੀ ਖਾਤਰ ਪੰਡਤਾਂ ਨੂੰ ਦਾਨ ਪੁੰਨ ਕਰਨ ਮਗਰੋਂ ਇੱਕ ਆਰੇ ਨਾਲ ਸਰੀਰ ਕਟਵਾ ਲੈਂਦੇ ਸਨ। ਗੁਰੂ ਜੀ ਨੇ ਇਸ ਅਣਮਨੁੱਖੀ ਕਰਮ ਤੋਂ ਲੋਕਾਂ ਨੂੰ ਵਰਜਿਆ। ਇੱਥੇ ਹੀ ਗੁਰੂ ਜੀ ਨੇ ਪੰਡਤ ਚਤੁਰਦਾਸ ਨੂੰ ਸਮਝਾਇਆ ਕਿ ਧਾਰਮਿਕ ਚਿੰਨ੍ਹ ਯਾਨੀ ਕਿ ਤਿਲਕ, ਤੁਲਸੀ ਮਾਲਾ, ਸਾਲਗ੍ਰਾਮ ਆਦਿ ਤੇ ਧਾਰਮਿਕ ਪਹਿਰਾਵਾ ਕੇਵਲ ਬ੍ਰਾਹਮਣ ਹੋਣ ਦੀ ਬਾਹਰਮੁਖੀ ਨਿਸ਼ਾਨੀ ਹੈ, ਪਰ ਅਸਲੀ ਬ੍ਰਾਹਮਣ ਜੋ ਬ੍ਰਹਮ ਨੂੰ ਜਾਣਨ ਵਾਲਾ ਹੋਵੇ ਉਹ ਹੈ ਜਿਹੜਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਗਿਆ ਵਿਖੇ ਲੋਕਾਂ ਨੂੰ ਪਿਤਰਾਂ, ਮਰ ਚੁੱਕੇ ਵੱਡੇ ਵਡੇਰਿਆਂ ਨਿਮਿਤ ਕੀਤੀਆਂ ਜਾਣ ਵਾਲੀਆਂ ਵਾਧੂ ਰਸਮਾਂ ਤੋਂ ਗੁਰੂ ਜੀ ਨੇ ਰੋਕਿਆ। ਗੁਰੂ ਨਾਨਕ ਸਾਹਿਬ ਗਿਆ ਤੋਂ ਪਟਨੇ ਨੇੜੇ ਹਾਦੀਪੁਰ ਪਹੁੰਚੇ। ਅੱਜ ਵੀ ਤਖਤ ਪਟਨੇ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੀ ਕਿਰਪਾਨ ਤੇ ਚੱਕਰ ਪਏ ਹਨ। ਉੱਥੇ ਸਾਲਸ ਰਾਏ ਜੋਰੀ ਤੇ ਅਧਰਕੇ ਨੂੰ ਪ੍ਰਚਾਰਕ ਥਾਪਿਆ। ਇਸ ਤੋਂ ਬਾਅਦ ਗੁਰੂ ਸਾਹਿਬ ਗੁਹਾਟੀ, ਮਣੀਪੁਰ ਦੇ ਰਸਤੇ ਸਿਲਹਟ, ਢਾਕਾ, ਮੇਦਨੀਪੁਰ ਪਹੁੰਚੇ ਤੇ ਲੋਕਾਂ ਨੂੰ ਸੱਚੇ ਧਰਮ ਦਾ ਉਪਦੇਸ਼ ਦਿੰਦੇ ਹੋਏ ਜਗਤਨਾਥਪੁਰੀ ਆ ਗਏ। ਜਗਤਨਾਥਪੁਰੀ ਦੇ ਮੰਦਰ ਵਿੱਚ ਪ੍ਰਭੂ ਦੀ ਸੱਚੀ ਆਰਤੀ ਕਰਨ ਦਾ ਤਰੀਕਾ ਦੱਸਿਆ। ਪੁਰੀ ਤੋਂ ਬੈਜਵਾੜਾ, ਰਾਮੇਸ਼ਵਰਮ, ਸਿੰਗਲਾਦੀਪ ਜੋ ਕਿ ਅੱਜ ਕੱਲ੍ਹ ਸ੍ਰੀਲੰਕਾ 'ਚ ਹੈ, ਕੋਚੀਨ, ਪਾਲਕਾਟ, ਨੀਲਗਿਰੀ, ਸ੍ਰੀਰੰਗਾਪਟਮ, ਪੂਨਾ, ਨਾਸਿਕ, ਔਰੰਗਾਬਾਦ, ਉਜੈਨ, ਬੜੌਦਾ, ਸੋਮਨਾਥ, ਦੁਆਰਕਾ, ਆਬੂ, ਅਜਮੇਰ, ਪੁਸ਼ਕਰ ਤੱਕ ਗੁਰੂ ਸਾਹਿਬ ਜੀ ਲਗਾਤਾਰ ਲੋਕਾਈ ਨੂੰ ਕਰਮਕਾਂਡਾਂ ਤੋਂ ਬਚਾਉਂਦੇ ਹੋਏ ਇੱਕ ਅਕਾਲ ਪੁਰਖ ਦਾ ਸੰਦੇਸ਼ ਦਿੰਦੇ ਹੋਏ ਮਥੁਰਾ ਪਹੁੰਚੇ। ਮਥੁਰਾ ਵਿਖੇ ਇਹ ਸਮਝਾਇਆ ਕਿ ਯੁਗਾਂ ਦੀ ਕੋਈ ਵੰਡ ਨਹੀਂ ਹੈ ਅਤੇ ਪਰਮਾਤਮਾ ਨੇ ਹਰ ਸਮੇਂ ਅਤੇ ਹਰ ਕਾਲ ਵਿੱਚ ਦਿਨ ਰਾਤ ਇੱਕੋ ਜਿਹੇ ਬਣਾਏ ਹਨ। ਇਸ ਤਰ੍ਹਾਂ ਹਰ ਸਮੇਂ ਵਿੱਚ ਕਹੇ ਜਾਂਦੇ ਚਾਰੇ ਯੁਗਾਂ ਦਾ ਪ੍ਰਭਾਵ ਪ੍ਰਤੱਖ ਵੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਕਲਯੁਗ ਨਾਮ ਦੀ ਕੋਈ ਚੀਜ਼ ਨਹੀਂ। ਲੋਕ ਭੈੜੇ ਕੰਮ ਤਾਂ ਆਪ ਕਰਦੇ ਹਨ, ਪਰ ਇਸ ਨੂੰ ਕਲਯੁਗ ਦਾ ਪ੍ਰਭਾਵ ਦੱਸ ਕੇ ਲੋਕਾਂ ਨੂੰ ਕੁਰਾਹੇ ਪਾਉਂਦੇ ਹਨ। ਦਿੱਲੀ ਵਿਖੇ ਮਜਨੂ ਭਗਤ ਅਤੇ ਪਾਣੀਪਤ ਵਿਖੇ ਸ਼ੇਖ ਤਾਹਰ ਨੂੰ ਪ੍ਰਭੂ ਦਾ ਸੱਚਾ ਗਿਆਨ ਬਖਸ਼ਿਆ। ਕੁਰਕਸ਼ੇਤਰ ਵਿਖੇ ਲੋਕਾਂ ਨੂੰ ਸੂਰਜ ਗ੍ਰਹਿਣ ਦੀ ਅਸਲੀਅਤ ਦੱਸੀ। ਦੂਜੇ ਮੁੱਖ ਦੌਰੇ 'ਤੇ ਆਪ ਸੁਮੇਰ ਪਰਬਤ ਗਏ ਅਤੇ ਸਿੱਧਾ ਜੋਗੀਆਂ ਨੂੰ ਸਮਝਾਇਆ ਕਿ ਘਰ-ਬਾਰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿੱਚ ਰਹਿਣਾ ਧਰਮ ਦਾ ਰਸਤਾ ਨਹੀਂ, ਸਗੋਂ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਆਪਣੇ ਫਰਜ਼ ਪੂਰੇ ਕਰਦਿਆਂ ਹੋਇਆਂ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਜੋੜੀ ਰੱਖਣਾ ਹੈ। ਵਿਕਾਰਾਂ ਤੋਂ ਬਚਣਾ ਤੇ ਸਮਾਜ ਦੀ ਸੇਵਾ ਕਰਨੀ ਹੈ। ਇਹ ਹੀ ਅਸਲੀ ਧਰਮ ਹੈ। ਵਾਪਸੀ ਕਸ਼ਮੀਰ ਦੇ ਇਲਾਕੇ ਮਟਨ ਵਿੱਚ ਪੰਡਤ ਬ੍ਰਹਮਦੱਤ ਨੂੰ ਵਿਦਿਆ ਦਾ ਹੰਕਾਰ ਤਿਆਗਣ ਨੂੰ ਕਿਹਾ ਤੇ ਸਮਝਾਇਆ ਕਿ ਕੇਵਲ ਧਾਰਮਿਕ ਗ੍ਰੰਥ ਪੜ੍ਹਨ ਤੇ ਲੋਕਾਂ ਨਾਲ ਬਹਿਸਾਂ ਕਰਨ ਨਾਲ ਪ੍ਰਭੂ ਖੁਸ਼ ਨਹੀਂ ਹੁੰਦਾ। ਪ੍ਰਭੂ ਤਾਂ ਪ੍ਰੇਮਾ ਭਗਤੀ ਉੱਤੇ ਹੀ ਰੀਝਦਾ ਹੈ। ਅਮਰਨਾਥ ਦੇ ਮੰਦਰ ਵੱਲ ਜਾਂਦੇ ਲੋਕਾਂ ਨੂੰ ਸ਼ਿਵਲਿੰਗ ਦੀ ਪੂਜਾ ਤੋਂ ਹਟਾਇਆ ਅਤੇ ਉੱਥੋਂ ਜੰਮੂ ਵੱਲ ਤੁਰੇ। ਰਸਤੇ ਵਿੱਚ ਵੈਸ਼ਨੋ ਦੇਵੀ ਦੇ ਮੰਦਰ ਨੂੰ ਜਾ ਰਹੇ ਲੋਕਾਂ ਨੂੰ ਸਮਝਾਇਆ ਕਿ ਪ੍ਰਭੂ ਹੀ ਸਭ ਨੂੰ ਦਾਤਾਂ ਦਿੰਦਾ ਹੈ। ਤੀਜੇ ਮੁੱਖ ਦੌਰੇ ਸਮੇਂ ਆਪ ਪਾਕਪਟਨ ਬਾਬਾ ਫਰੀਦ ਜੀ ਦੀ ਗੱਦੀ 'ਤੇ ਬੈਠੇ ਸ਼ੇਖ ਬ੍ਰਹਮ ਨੂੰ ਮਿਲੇ। ਇਸ ਤੋਂ ਬਾਅਦ ਤੁਲੰਬੇ ਵੱਲ ਗਏ। ਸੱਜਣ ਨਾਮ ਦੇ ਮਨੁੱਖ ਨੂੰ ਧਾਰਮਿਕ ਭੇਖ ਬਣਾ ਕੇ ਲੋਕਾਂ ਨੂੰ ਲੁੱਟਣ ਤੋਂ ਹਟਾਇਆ ਅਤੇ ਧਰਮ ਪ੍ਰਚਾਰ ਦੇ ਕੰਮ ਲਾ ਦਿੱਤਾ। ਮੱਕੇ ਵਿੱਚ ਪਹੁੰਚ ਕੇ ਸਮਝਾਇਆ ਕਿ ਪਰਮਾਤਮਾ ਸਰਵ ਵਿਆਪਕ ਹੈ, ਉਹ ਕਿਸੇ ਧਰਮ ਅਸਥਾਨ ਤੱਕ ਸੀਮਤ ਨਹੀਂ। ਬਗਦਾਦ ਵਿੱਚ ਲੋਕਾਂ ਨੂੰ ਸਮਝਾਇਆ ਕਿ ਸੰਗੀਤ ਜਾਂ ਰਾਗ ਹਰਾਮ ਨਹੀਂ, ਸਗੋਂ ਪ੍ਰਭੂ ਦੀ ਉਸਤਤ ਲਈ ਰਾਗ ਜਾਂ ਕੀਰਤਨ ਇੱਕ ਉੱਤਮ ਸਾਧਨ ਹੈ। ਹਸਨ ਅਬਦਾਲ ਪੰਜਾ ਸਾਹਿਬ ਵਿਖੇ ਆਪ ਨੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ। ਵਾਪਸੀ 'ਤੇ ਸੈਦਪੁਰ, ਐਮਨਾਬਾਦ ਪੁੱਜੇ ਤਾਂ ਬਾਬਰ ਨੇ ਫੌਜਾਂ ਨਾਲ ਹਮਲਾ ਕਰ ਦਿੱਤਾ। ਲੋਕਾਂ ਨੂੰ ਭਾਰੀ ਗਿਣਤੀ ਵਿੱਚ ਕਤਲ ਕੀਤਾ, ਲੁੱਟ-ਮਾਰ ਕੀਤੀ। ਆਪ ਨੇ ਬਾਬਰ ਨੂੰ ਜ਼ਾਬਰ ਕਿਹਾ, ਉਸ ਦੀ ਕੈਦ ਵੀ ਕੱਟੀ। ਆਖਰ
ਬਾਬਰ ਨੂੰ ਸਮਝ ਆ ਗਈ। ਉਸਨੇ ਸਤਿਗੁਰਾਂ ਤੋਂ ਭੁੱਲ ਬਖਸ਼ਾਈ ਅਤੇ ਕਤਲੇਆਮ ਬੰਦ ਕਰ ਦਿੱਤਾ। ਇਸ ਹਮਲੇ ਬਾਰੇ ਸਤਿਗੁਰਾਂ ਨੇ 4 ਸ਼ਬਦ ਉਚਾਰੇ ਹਨ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਗੁਰੂ ਗ੍ਰੰਥ ਸਾਹਿਬ ਜੀ ਪੰਨਾ 722। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਗੁਰੂ ਗ੍ਰੰਥ ਸਾਹਿਬ ਜੀ ਪੰਨਾ 360। ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਦੂਰ। ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 417। ਕਹਾ ਸੁਖੀਲ ਤਬੇਲਾ ਘੋੜੇ, ਕਹਾ ਭੇਰੀ ਸਹਿਨਾਈ। ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 417। ਕਰਤਾਰਪੁਰ ਵਿਖੇ ਹਰ ਪ੍ਰਚਾਰ ਦੌਰੇ ਉਪਰੰਤ ਗੁਰੂ ਸਾਹਿਬ ਪੰਜਾਬ ਪਰਤਾਉਂਦੇ ਸਨ। ਪਹਿਲੇ ਪ੍ਰਚਾਰ ਦੌਰੇ ਤੋਂ ਬਾਅਦ ਹੀ ਰਾਵੀ ਦੇ ਕੰਢੇ ਕਰਤਾਰਪੁਰ ਨਗਰ ਵਸਾਉਣ ਹਿੱਤ ਵਿਉਂਤ ਬਣਾਈ। ਮੁੱਖ 3 ਪ੍ਰਚਾਰ ਦੌਰਿਆਂ ਤੋਂ ਬਾਅਦ ਸਿੱਖ ਕੌਮ ਦੀ ਤਿਆਰੀ ਹਿੱਤ ਵੱਡੇ ਉਦਮ ਕੀਤੇ ਅਤੇ ਪ੍ਰਚਾਰੇ ਧਰਮ ਨੂੰ ਹੁਣ ਪ੍ਰਬੰਧਕੀ ਰੂਪ ਦੇਣਾ ਸ਼ੁਰੂ ਕੀਤਾ। ਕਰਤਾਰਪੁਰ, ਜਿੱਥੇ ਆਮ ਸੰਸਾਰੀਆਂ ਵਾਂਗ ਗ੍ਰਹਿਸਥ ਜੀਵਨ ਗੁਜ਼ਾਰਿਆ, ਉੱਥੇ ਨਿਰੰਕਾਰੀ ਉਪਦੇਸ਼ ਨੂੰ ਵੀ ਦ੍ਰਿੜ ਕਰਵਾਇਆ। ਨਿਰਾ ਉਪਦੇਸ਼ ਹੀ ਨਹੀਂ, ਸਗੋਂ ਆਪਣੇ ਅਮਲੀ ਜੀਵਨ ਰਾਹੀਂ ਗੁਰੂ ਪਾਤਸ਼ਾਹ ਜੀ ਨੇ ਲੋਕਾਈ ਨੂੰ ਸੌਖਾ ਰਾਹ ਦਿਖਾਇਆ, ਗ੍ਰਹਿਸਥੀ ਜੀਵਨ ਗੁਜ਼ਾਰਿਆ ਤੇ ਸੱਚਾ ਉਪਦੇਸ਼ ਦਿੱਤਾ। ਗੁਰੂ ਜੀ ਦੀ ਕਰਤਾਰਪੁਰ ਵਿਖੇ ਨਿਤ ਦੀ ਕਾਰ ਸੀ। ਸਵੇਰੇ ਸ਼ਾਮ ਸਤਸੰਗ ਕਰਨਾ, ਅੰਮ੍ਰਿਤ ਵੇਲੇ ਜਪਜੀ, ਸੰਧਿਆ ਵੇਲੇ ਸੋਦਰ ਦਾ ਗਾਇਨ ਤੇ ਰਾਤ ਨੂੰ ਸੋਹਿਲਾ। ਆਪ ਖੇਤੀ ਕਰਨੀ ਤੇ ਇਉਂ ਧਰਮ ਦੀ ਕਿਰਤ ਰਾਈ, ਹੱਥੀਂ ਕੀਤੀ ਮਿਹਨਤ ਰਾਈ ਉਪਜਾਏ ਅੰਨ ਨਾਲ ਜਿੱਥੇ ਘਰ ਪਰਿਵਾਰ ਦੀ ਸੇਵਾ ਸੰਭਾਲ ਕਰਦੇ, ਉੱਥੇ ਲੰਗਰ ਲਗਾ ਕੇ ਆਏ ਗਏ ਮੁਸਾਫਿਰ, ਸਿੱਖ ਸੰਗਤਾਂ ਤੇ ਲੋੜਵੰਦਾਂ ਨੂੰ ਵੀ ਛਕਾਉਂਦੇ। ਕਰਤਾਰਪੁਰ ਰਹਿ ਕੇ ਹੀ ਉਦਾਸੀਆਂ ਸਮੇਤ ਹੁਣ ਤੱਕ ਉਚਾਰੀ ਅਤੇ ਇਕੱਤਰ ਕੀਤੀ ਭਗਤਾਂ ਦੀ ਬਾਣੀ ਨੂੰ ਤਰਤੀਬ ਦਿੱਤੀ। ਦੂਰ ਦੁਰਾਡੇ ਜੋ ਸੰਗਤਾਂ ਕਾਇਮ ਕੀਤੀਆਂ ਸਨ, ਉਹਨਾਂ ਨੂੰ ਕਰਤਾਰਪੁਰ ਦੇ ਕੇਂਦਰ ਨਾਲ ਜੋੜ ਲਿਆ ਅਤੇ ਪੰਜਾਬ ਵਿੱਚ ਨਾਲ ਲੱਗਦੇ ਪਿੰਡਾਂ ਵਿੱਚ ਪ੍ਰਚਾਰ ਕਰਕੇ ਕੌਮ ਦੀ ਤਿਆਰੀ ਹਿੱਤ ਮੁੱਢ ਬੰਨਿਆ। ਕਰਤਾਰਪੁਰ ਵਿਖੇ ਹੀ 1532 ਈਸਵੀ ਨੂੰ ਭਾਈ ਲਹਿਣਾ ਜੀ ਆਪ ਜੀ ਦੇ ਦਰਸ਼ਨਾਂ ਨੂੰ ਆਏ ਤੇ ਫਿਰ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹੀ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਗੁਰਿਆਈ ਦੀ ਜ਼ਿੰਮੇਵਾਰੀ 18 ਸਤੰਬਰ 1539 ਈਸਵੀ ਨੂੰ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪ ਦਿੱਤੀ। ਦੁਨੀਆ ਦੇ ਇਤਿਹਾਸ ਵਿੱਚ ਇਹ ਇੱਕ ਅਨੋਖੀ ਮਿਸਾਲ ਸੀ ਕਿ ਗੁਰੂ ਪਾਤਸ਼ਾਹ ਨੇ ਆਪਣੇ ਸਿੱਖ ਚੇਲੇ ਅੱਗੇ ਮੱਥਾ ਟੇਕਿਆ ਤੇ ਹੁਣ ਸਿੱਖ ਕੌਮ ਦੀ ਤਿਆਰੀ ਤੇ ਉਸ ਦੀ ਅਗਵਾਈ ਦੀ ਵਾਂਗਡੋਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਸਪੁਰਦ ਕਰ ਦਿੱਤੀ। ਗੁਰਿਆਈ ਦੇ ਨਾਲ ਗੁਰੂ ਪਾਤਸ਼ਾਹ ਨੇ ਆਪਣੀ ਉਚਾਰੀ ਬਾਣੀ ਤੇ ਭਗਤਾਂ ਦੀ ਬਾਣੀ, ਜੋ ਉਹ ਆਪਣੇ ਦੌਰਿਆਂ ਸਮੇਂ ਇਕੱਤਰ ਕਰਕੇ ਲਿਆਏ ਸਨ, ਜੋ ਕਿ ਪੋਥੀ ਸਾਹਿਬ ਵਿੱਚ ਸੰਕਲਿਤ ਸੀ, ਗੁਰੂ ਅੰਗਦ ਸਾਹਿਬ ਜੀ ਨੂੰ ਦੇ ਦਿੱਤੀ ਤੇ ਆਪ 22 ਸਤੰਬਰ 1539 ਈਸਵੀ ਨੂੰ ਜੋਤੀ ਜੋਤ ਸਮਾ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।